ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਲੀਡਰਸ਼ਿਪ ਸੀਰੀਜ਼ ਜਿਹੜੀ ਅਸੀਂ ਬਣਾ ਰਹੇ ਹਾਂ ਗਲੋਬਲ ਮਿਡਾਸ ਫਾਊਂਡੇਸ਼ਨ ਦੇ ਸਾਡਾ ਖਿੜਦਾ ਪੰਜਾਬ, ਜਿਹੜੀ ਸਾਡੀ ਇੰਟਰਨੈਸ਼ਨਲ ਜਥੇਬੰਦੀ ਹੈ USA ਦੇ ਵਿੱਚ, ਕੈਨੇਡਾ ਦੇ ਵਿੱਚ, UK ਦੇ ਵਿੱਚ। ਅਤੇ ਅੱਜ ਅਸੀਂ ਆਏ ਹਾਂ ਸਾਂਝਾ ਕਰਨ ਗੱਲਬਾਤ ਅਸੀਂ ਮਾਰਵਾ ਜੀ ਦੇ ਨਾਲ। ਬੜੇ ਵਰਿਸ਼ਠ ਨੇਤਾ ਰਹੇ ਹੈ ਅਤੇ ਸਿੱਖਾਂ ਦੀ ਲੀਡਰਸ਼ਿਪ ਵਿੱਚ 1980 ਤੋਂ ਹੈ। ਅਤੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੈ ਕਿ ਕੀ ਮਸਲੇ ਹੈ ਸਿੱਖ ਕੌਮ ਦੇ, ਅਤੇ ਹੁਣ ਆਗੇ ਫਿਊਚਰ ਲਈ ਕੀ ਪ੍ਰਤੀਕਿਰਿਆ। ਸਤਿ ਸ਼੍ਰੀ ਅਕਾਲ ਜੀ। ਅਤੇ ਪਹਿਲਾ ਮੇਰਾ ਸਵਾਲ ਹੈ ਵੀਰ ਜੀ ਤੁਹਾਡੇ ਨਾਲ ਕਿ 1980 ਤੋਂ ਤੁਸੀਂ ਕਾਂਗਰਸ ਦੇ ਨਾਲ ਜੁੜੇ ਸੀ, ਹੁਣ ਆ ਕੇ ਤੁਸੀਂ BJP ਜੁਆਇਨ ਕੀਤੀ ਹੈ, ਅਤੇ ਇਹਦੇ ਪਿੱਛੇ ਕੀ ਵਜ੍ਹਾ ਹੈ BJP ਜੁਆਇਨ ਕਰਨ ਲਈ? ਅਸਲ ਵਿੱਚ ਕਾਂਗਰਸ ਵਿੱਚ ਮੈਂ 1976 ਤੋਂ ਸੀ, 46 ਸਾਲ ਕਾਂਗਰਸ ਵਿੱਚ ਮੈਂ ਰਿਹਾ ਹੈਗਾ। ਔਰ 6 ਜੁਲਾਈ ਨੂੰ ਹੀ ਮੈਂ ਭਾਰਤੀ ਜਨਤਾ ਪਾਰਟੀ ਹੋਮ ਮਿਨਿਸਟਰ ਸਾਹਿਬ ਨੇ ਰਾਤ ਨੂੰ ਬੁਲਾਇਆ ਸੀ ਔਰ JP ਨੱਡਾ ਜੀ ਨੇ ਮੈਨੂੰ ਜੁਆਇਨਿੰਗ ਕਰਾਈ ਹੈ। ਵਜ੍ਹਾ ਇਹ ਹੈਗੀ ਹੈ ਕਿ ਕਾਂਗਰਸ ਜਿਹੜੀ ਹੈਗੀ ਹੈ ਉਹ ਸ਼ੁਰੂ ਤੋਂ ਪਤਾ ਹੈ ਮੈਨੂੰ ਸਿੱਖਾਂ ਦੇ ਖਿਲਾਫ ਰਹੀ ਹੈਗੀ ਹੈ, ਚਾਹੇ 84 ਦੇ ਦੰਗੇ ਹੋਣ, ਲੇਕਿਨ ਸੰਗਠਨ ਦੇ ਨਾਲ ਜੁੜੇ ਹੋਏ ਸੀ ਕਿ ਕਦੇ ਵੀ ਸੁਧਰ ਜਾਣਗੇ। ਲੇਕਿਨ ਇਹ ਗਾਂਧੀ ਪਰਿਵਾਰ ਜਿਹੜਾ ਹੈਗਾ ਇਹ ਕਾਂਗਰਸ ਨੂੰ ਆਪਣੀ ਜਾਇਦਾਦ ਸਮਝ ਕੇ ਬੈਠ ਗਿਆ ਹੈਗਾ। ਲੋਕਾਂ ਦੀ ਵਰਕਰ ਜਿਹੜੇ ਹੈਗੇ ਨੇ, ਜਿਹੜੇ ਆਪਣੇ ਕਾਰਿਆਕਰਤਾ ਹੈਗੇ ਨੇ, ਉਹਨਾਂ ਨੂੰ ਇਹ ਕਾਰਿਆਕਰਤਾ ਹੀ ਰਹਿਣਾ ਦੇਖਣਾ ਚਾਹੁੰਦੇ ਨੇ, ਉਹਨਾਂ ਨੂੰ ਉੱਪਰ ਲੈ ਕੇ ਲੈਣਾ ਨਹੀਂ ਜਾਣਾ ਚਾਹੁੰਦੇ। ਰਾਜ ਸਭਾ ਦੀਆਂ ਟਿਕਟਾਂ ਆਪਸ ਵਿੱਚ ਇੱਕ ਭੈਣ ਨੂੰ ਦੇ ਦਿੱਤੀ ਨੇ, 2 ਭਰਾ ਨੇ ਲੈ ਲਿੱਤੀ, 2 ਮੇਮ ਸਾਹਿਬ ਨੇ ਲੈ ਲਿੱਤੀ, ਸੋਨੀਆ ਗਾਂਧੀ ਨੇ ਲੈ ਲਿੱਤੀ। ਇਹ ਇਸੇ ਤਰ੍ਹਾਂ ਕਰਦੇ ਰਹੇ ਹਨ। ਔਰ ਨਾਲ ਪਾਰਟੀ ਵਿੱਚ ਕਾਰਿਆਕਰਤਾ ਦੀ ਇੱਜ਼ਤ ਬਿਲਕੁਲ ਇਹ ਕਾਰਿਆਕਰਤਾ ਨੂੰ ਆਪਣੇ ਨੌਕਰ ਸਮਝਣਾ ਪੈ ਗਏ। ਇਸ ਕਰਕੇ ਅਸੀਂ ਸੋਚਿਆ ਕਿ ਅਗਰ ਇਹਨਾਂ ਦੀ ਨੌਕਰੀ ਕਰਨੀ ਹੈ ਅਤੇ ਫਿਰ ਕਾਰਿਆਕਰਤਾ ਦਾ ਨਾਮ ਹੀ ਖਤਮ ਹੋ ਗਿਆ। ਇਹਨਾਂ ਦੇ ਨੌਕਰ ਕਾਂਗਰਸ ਦੇ ਨੌਕਰ ਹੈਗੇ ਨੇ, ਸੋਨੀਆ ਗਾਂਧੀ ਦੇ ਨੌਕਰ ਹੈਗੇ ਨੇ, ਇਹ ਇਸ ਪ੍ਰਥਾ ਚੱਲ ਪਏ ਹੈਗੇ। ਇਸ ਕਰਕੇ ਮੈਂ ਕਾਂਗਰਸ ਛੋੜ ਦਿੱਤੀ ਹੈਗੀ ਹੈ। ਲੇਕਿਨ ਮੈਨੂੰ ਪਤਾ ਲੱਗਾ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਇਤਨੀ ਅੱਛੀ ਪਾਰਟੀ ਹੈ ਤਾਂ ਮੈਂ 30 ਸਾਲ ਪਹਿਲੇ ਹੀ ਛੋੜ ਦਿੰਦਾ ਕਾਂਗਰਸ ਨੂੰ। ਭਾਰਤੀ ਜਨਤਾ ਪਾਰਟੀ 'ਚ ਇੱਕ ਸਨਮਾਨ ਹੈਗਾ, ਕਾਰਿਆਕਰਤਾ ਦਾ ਸਨਮਾਨ ਹੈਗਾ। ਕਾਰਿਆਕਰਤਾ ਨੂੰ ਵੱਡੇ ਤੋਂ ਵੱਡਾ ਮੰਤਰੀ ਮੈਂ ਇਹਨੂੰ 6 ਜੁਲਾਈ ਜੁਆਇਨ ਕੀਤਾ। ਮੈਂ ਹੋਮ ਮਿਨਿਸਟਰ ਸਾਹਿਬ ਨੂੰ ਵੀ ਮਿਲ ਆਇਆ, ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ 20 ਮਿੰਟ ਸਿੱਖਾਂ ਦੇ ਮਸਲੇ ਦੇ ਬਾਰੇ 'ਚ ਵੀ ਗੱਲ ਕਰ ਆਇਆ। ਉਹਨਾਂ ਨੇ ਉੱਤੇ ਆਪਣਾ ਪਗੜ ਵੀ ਬਣਵਾਈ, ਆਪਣਾ ਪ੍ਰਸਾਦ ਵੀ ਲਿੱਤਾ ਆਪਣੇ ਹੱਥ ਨਾਲ, ਔਰ ਕੋਈ ਪ੍ਰਸਾਦ ਦਾ ਚੈੱਕ ਵੀ ਨਹੀਂ ਕੀਤਾ ਕਿਸੇ ਨੇ। ਅਤੇ ਇਸ ਤੋਂ ਅੱਛਾ ਪ੍ਰਧਾਨ ਮੰਤਰੀ ਕੌਣ ਹੋ ਸਕਦਾ? ਪ੍ਰਧਾਨ ਮੰਤਰੀ ਨੇ ਜਿਹੜਾ ਕਰਤਾਰਪੁਰ ਕੋਰੀਡੋਰ ਖੁਲਵਾਇਆ ਹੈਗਾ, ਹਾਲੇ ਆਪਣੇ ਜਿਹੜੇ ਸੰਬੰਧ ਹੈਗੇ ਪਾਕਿਸਤਾਨ ਦੇ ਨਾਲ ਸਹੀ ਨਹੀਂ ਹੈਗੇ। ਕਿਸੇ ਵੀ ਮਾਮਲੇ 'ਚ ਪਾਕਿਸਤਾਨ ਔਰ ਹਿੰਦੁਸਤਾਨ ਦੇ ਸਾਰੇ ਸਿੱਖਾਂ ਨੂੰ ਪਤਾ ਹੈ। ਲੇਕਿਨ ਪ੍ਰਧਾਨ ਮੰਤਰੀ ਜੀ ਨੇ ਗੁਰੂ ਮਹਾਰਾਜ ਨੂੰ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਅੰਤਿਮ ਸਮੇਂ ਸਾਰਾ ਕਰਤਾਰਪੁਰ 'ਚ ਕੱਢਿਆ, ਅਤੇ ਸਿੱਖਾਂ ਦੀ ਇਹ ਬੜੀ ਵੱਡੀ ਜਿੱਤ ਹੋਈ ਹੈ। ਔਰ ਇਹ ਜਿੱਤ ਕਿਹਨੇ ਕਰਾਈ? ਪ੍ਰਧਾਨ ਮੰਤਰੀ ਜੀ ਨੇ ਕਰਾਈ ਕਿ ਐਸੀ ਕੂਟਨੀਤੀ ਦੇ ਨਾਲ। ਔਰ ਅੱਜ ਸੰਗਤਾਂ ਉੱਥੇ ਜਾ ਰਹੀਆਂ ਹੈਗੀਆਂ ਔਰ ਕਰਤਾਰਪੁਰ ਵਿੱਚ ਜਾ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਸਥਾਨ 'ਤੇ ਦਰਸ਼ਨ ਕਰ ਰਹੇ ਨੇ। ਔਰ ਆਉਣ ਵਾਲੇ ਟਾਈਮ ਵਿੱਚ ਦੇਖਣਾ ਤੁਸੀਂ ਇਹ ਜਿਹੜਾ ਪਾਸਪੋਰਟ ਵੋਟ ਦਾ ਵੀ ਚੱਕਰ ਇਹ ਵੀ ਖਤਮ ਹੋ ਜਾਏਗਾ, ਕਿਉਂਕਿ ਪ੍ਰਧਾਨ ਮੰਤਰੀ ਜੀ ਹੁਣ ਆਪਨੇ ਦੇਖਿਆ ਹੇਮਕੁੰਟ ਸਾਹਿਬ ਕਿਤਨਾ ਵੱਡਾ ਕੰਮ ਹੋਣ ਜਾ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਜੋ ਪ੍ਰਧਾਨ ਮੰਤਰੀ ਕਰਨ ਜਾ ਰਿਹਾ। ਕਿੱਥੇ ਅਸੀਂ 8 ਮਹੀਨੇ 8 ਘੰਟੇ 'ਚ ਉੱਥੇ ਹੇਮਕੁੰਟ ਸਾਹਿਬ ਉੱਪਰ ਜਾਂਦੇ ਸੀ। ਨਾਲ ਜਿਹੜੇ ਹੈਵੀ ਵੇਟ ਵਾਲੇ ਹੈਗੇ ਨੇ ਔਰ ਜਿਹੜੇ ਬਜ਼ੁਰਗ ਹੈਗੇ ਨੇ ਉਹ ਦਰਸ਼ਨ ਨਹੀਂ ਕਰ ਸਕਦੇ, ਹੁਣ ਸਾਰੇ ਦਰਸ਼ਨ ਕਰ ਪਾਉਣਗੇ। ਇਹ ਕੋਈ ਛੋਟੀ ਮੋਟੀ ਗੱਲ ਥੋੜ੍ਹੀ ਹੈ ਆਪ ਦੀ। ਉਸ ਤੋਂ ਬਾਅਦ ਆਪ ਦਾ ਦੇਖੋ ਬਾਲ ਦਿਵਸ ਜਿਹੜਾ ਹੁਣ 26 ਦਸੰਬਰ ਨੂੰ ਪ੍ਰਧਾਨ ਮੰਤਰੀ ਜੀ ਖੁਦ ਆ ਰਹੇ ਨੇ। ਨੈਸ਼ਨਲ ਸਟੇਡੀਅਮ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ, 1-1.5 ਘੰਟਾ ਪ੍ਰਧਾਨ ਮੰਤਰੀ ਜੀ ਉੱਥੇ ਰਹਿਣਗੇ ਔਰ ਪੂਰਾ ਖਰਚਾ ਭਾਰਤ ਸਰਕਾਰ ਕਰ ਰਹੀ ਹੈਗੀ ਉਸ 'ਤੇ। ਇਹ ਔਰ ਪਤਾ ਆਪ ਨੂੰ ਪੂਰੇ ਹਿੰਦੁਸਤਾਨ ਦੇ ਜਿਤਨੇ ਸਕੂਲ ਹੈਗੇ ਉੱਥੇ ਚਾਰੋਂ ਸਾਹਿਬਜ਼ਾਦਿਆਂ ਦੀ
ਕੁਰਬਾਨੀਆਂ ਦੇ ਬਾਰੇ 'ਚ ਦੱਸਣਗੇ। ਜਿਤਨੇ 70 ਮਿਨਿਸਟਰ ਹੈਗੇ ਨੇ ਉਹ ਆਪਣੀ ਆਪਣੀ ਭਾਸ਼ਾ ਹੀ ਜਾ ਕੇ ਲੋਕਾਂ ਨੂੰ ਦੱਸਣਗੇ ਕਿ ਚਾਰੋਂ ਸਾਹਿਬਜ਼ਾਦਿਆਂ ਦੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੀ ਕੁਰਬਾਨੀ ਹੈ ਔਰ ਉਹਨਾਂ ਨੇ ਕੁਰਬਾਨੀ ਕਿਸ ਵਾਸਤੇ ਦਿੱਤੀ ਹੈ। ਆਪਣੇ ਵਾਸਤੇ ਨਹੀਂ ਦਿੱਤੀ ਹੈਗੀ ਹੈ, ਉਹਨਾਂ ਲੋਕਾਂ ਦੇ ਧਰਮਾਂ ਨੂੰ ਬਚਾਉਣ ਵਾਸਤੇ ਦਿੱਤੀ ਹੈਗੀ ਹੈ। ਅਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਪੂਰੇ ਹਿੰਦੁਸਤਾਨ ਵਿੱਚ, ਔਰ ਇਹਨਾਂ ਦੇ ਬੋਰਡ ਲੱਗਣਗੇ ਰੇਲਵੇ ਸਟੇਸ਼ਨਾਂ 'ਤੇ, ਏਅਰਪੋਰਟਾਂ 'ਤੇ, ਬਾਬਾ ਜੀ ਦੇ ਸਾਰੇ ਪੂਰੀ ਤਿਆਰੀ ਕਰਕੇ। ਇਹ ਕੌਣ ਕਰਵਾ ਰਿਹਾ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰਾ ਰਹੇ। ਅਤੇ ਸਿੱਖਾਂ ਨੂੰ ਚਾਹੀਦਾ ਹੁਣ ਕਿ ਅਸੀਂ ਇੱਕ ਸਾਰੇ ਪਲੇਟਫਾਰਮਾਂ 'ਤੇ ਆ ਜਾਈਏ, ਚਾਹੇ ਦਿੱਲੀ ਦੇ ਸਿੱਖ ਹੈਗੇ ਨੇ, ਜਦੋਂ ਇਹ ਆਪਣੇ ਧਰਮਾਂ 'ਤੇ ਕੋਈ ਗੱਲ ਆਵੇ ਜਾਂ ਆਪਣੀਆਂ ਜਿਹੜੀਆਂ ਸੰਸਥਾ ਹੈਗੀਆਂ ਉਹਨਾਂ ਨੂੰ ਹੋਰ ਉੱਚਾ ਕਰੀਏ। ਅੱਜ ਪੰਜਾਬ ਵਿੱਚ ਕੀ ਹੋ ਰਿਹਾ? ਅੱਜ ਪੰਜਾਬ ਵਿੱਚ ਨਸ਼ਾ ਜਿਹੜਾ ਅੱਜ ਤੋਂ 1 ਸਾਲ ਪਹਿਲੇ ਜਿਹੜਾ ਸੀ ਉਹ 4 ਗੁਣਾ ਜ਼ਿਆਦਾ ਵੱਧ ਗਿਆ ਹੈਗਾ। ਆਪ ਨੇ ਦੇਖਿਆ ਕਿਤਨੇ ਨੌਜਵਾਨਾਂ ਨੂੰ ਦਿਨ ਦਿਹਾੜੇ ਮੌਤ 'ਤੇ ਚੜ੍ਹਾ ਰਹੇ ਹੈਗੇ ਨੇ, ਆਂਦੇ ਨੇ ਬਦਮਾਸ਼ ਗੋਲੀਆਂ ਮਾਰ ਦੇਣ। ਆਪਣੀ ਨਸਲ ਨੂੰ ਖਰਾਬ ਹੋ ਰਹੀ ਹੈ ਔਰ ਨਸ਼ੇ ਦਾ ਇਤਨਾ ਕਾਰੋਬਾਰ ਪੰਜਾਬ ਵਿੱਚ ਚੱਲ ਪਿਆ ਹੈਗਾ। ਕੈਪਟਨ ਦੇ ਟਾਈਮ ਇਤਨਾ ਨਹੀਂ ਸੀ, ਹੁਣ 4 ਗੁਣਾ ਮੈਂ ਕਹਿ ਰਿਹਾ ਜ਼ਿਆਦਾ ਵੱਧ ਗਿਆ ਹੈਗਾ। ਕਿਉਂਕਿ ਹੁਣ ਉੱਥੇ ਸਰਕਾਰ ਨਹੀਂ ਚੱਲ ਰਹੀ ਪੰਜਾਬ ਵਿੱਚ। ਹੁਣ ਤਾਂ ਮੈਂ ਤਾਂ ਕਹਾਂਗਾ, ਹੁਣ ਮੂੰਹ 'ਤੇ ਸ਼ਬਦ ਨਹੀਂ ਕਹਿਣਾ ਚਾਹੀਦਾ ਕਿ ਚੀਫ ਮਿਨਿਸਟਰ ਨੂੰ ਪਤਾ ਹੀ ਨਹੀਂ ਕਿਸ ਟਾਈਮ ਕੀ ਬੋਲਣਾ ਹੈਗਾ। ਕੱਲ੍ਹ ਵੀ ਮੈਂ TV 'ਚ ਦੇਖ ਰਿਹਾ ਸੀ, ਪਤਾ ਨਹੀਂ ਕੀ ਬੋਲ ਰਿਹਾ ਹੈਗਾ। ਅਰੇ ਪੰਜਾਬ ਦੀ ਤਰੱਕੀ ਵਾਸਤੇ ਬੋਲ, ਪੰਜਾਬ ਵਿੱਚ ਨਈਆਂ ਇੰਡਸਟਰੀਆਂ ਲੱਗਣੀਆਂ ਚਾਹੀਦੀਆਂ ਹਨ, ਪੰਜਾਬ ਵਿੱਚ ਮੈਡੀਕਲ ਬਣਨੇ ਚਾਹੀਦੇ ਹਨ, ਪੰਜਾਬ ਵਿੱਚ ਸਟੂਡੈਂਟ ਵਾਸਤੇ MBBS ਕਾਲਜ ਖੁੱਲ੍ਹਣੇ ਚਾਹੀਦੇ ਨੇ। ਉਸ ਤਰਫ ਧਿਆਨ ਦੇ। ਕੀ ਧਿਆਨ ਦੇ ਰਹੇ ਤੂੰ? ਮੈਂ 10,000 ਨੌਕਰੀਆਂ ਦੇ ਰਿਹਾ ਜੀ। ਇਤਨੇ ਲੱਖਾਂ ਦੀ ਆਬਾਦੀ 'ਚ 10,000 ਨੌਕਰੀ ਕੀ ਹੋਏਗੀ? ਬੇਰੁਜ਼ਗਾਰੀ ਦੂਰ ਹੋ ਜਾਏਗੀ 10,000 ਨੂੰ ਦੇਣੇ ਨਾਲ। ਉਹਦੀ ਪੂਰੇ TV 'ਚ ਐਡ ਦੇਈ ਜਾ ਰਿਹਾ, ਮੈਂ ਜੀ 5,000 ਹੋਮਗਾਰਡ ਲਗਾ ਰਿਹਾ ਜੀ, ਮੈਂ 5,000 ਦੇ ਨਾਲ ਪੂਰੇ ਪੰਜਾਬ ਦੀ ਬੇਰੁਜ਼ਗਾਰੀ ਦੂਰ ਹੋ ਜਾਏਗੀ। ਇਹ ਜਿਹੜੇ ਆਪਣੇ MLA ਹੈਗੇ ਉਹਨਾਂ ਦੇ ਜਿਹੜੇ ਚਾਹਤੇ ਹੈਗੇ ਉਹਨਾਂ ਕੋਲ 10-10 ਨਾਮ ਲੈ ਕੇ, 15-15 ਨਾਮ ਲੈ ਕੇ ਉਹਨਾਂ ਨੂੰ ਨੌਕਰੀਆਂ ਦੇਈ ਜਾ। ਆਮ ਪਬਲਿਕ ਉਸੀ ਤਰ੍ਹਾਂ ਮਰੀ ਜਾ ਰਹੀ। ਅਤੇ ਇਸ ਕਰਕੇ ਮਤਲਬ ਕਿ ਪੰਜਾਬ ਦਾ ਹੁਣ ਤਾਂ ਮੈਂ ਤਾਂ ਇਹ ਕਹਾਂਗਾ ਸਮੁੱਚ ਕੌਮ ਨੂੰ ਸਾਰੇ ਇਕੱਠੇ ਹੋ ਕੇ ਅਸੀਂ ਆਪਣੇ ਕੌਮ ਵਾਸਤੇ ਸੋਚੀਏ। ਔਰ ਤੁਸੀਂ ਪੰਜਾਬ ਦੀ ਗੱਲ ਕੀਤੀ ਅਤੇ ਹੁਣ ਤੁਹਾਨੂੰ ਮਾਲੂਮ ਹੀ ਹੋਏਗਾ ਕਿ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਧਰਮ ਕਨਵਰਜਨ ਕ੍ਰਿਸਚੈਨਿਟੀ ਦੇ ਵਿੱਚ ਪੰਜਾਬ ਵਿੱਚ ਚੱਲ ਰਿਹਾ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਵਜ੍ਹਾ ਹੈ ਕਿ ਇੰਨੀ ਜ਼ਿਆਦਾ ਸੰਗਤ ਜਿਹੜੀ ਹੈ ਉਹ ਕਨਵਰਟ ਹੋਤੀ ਜਾ ਰਹੀ ਹੈ ਕ੍ਰਿਸਚੈਨਿਟੀ ਦੇ ਵਿੱਚ? ਅਤੇ ਜਿਹੜੀ ਲਾਸਟ ਸੈਂਸਸ ਸੀ ਉਹਦੇ ਮੁਤਾਬਿਕ ਤਾਂ 3% ਸੀ ਕ੍ਰਿਸਚੈਨਿਟੀ ਪੰਜਾਬ ਵਿੱਚ, ਬਟ ਸਾਡੀ ਟੀਮ ਨੇ ਸਰਵੇ ਕੀਤਾ ਹੈ ਅਤੇ ਹੁਣ ਉਹ 15% ਹੈ। 15% ਦਾ ਮਤਲਬ 5 times it has increased over a period of last 10 years। तो उसके बारे में आप क्या कहना चाहेंगे? उसके बारे में तो मैं ये कहना को चाहूँगा कि जो वहाँ अकाली दल है और जो सिंह सभाएँ हैं उनको मिलकर, क्योंकि आपसे क्यों पतत हो रहे हैं, इसको पतत ही कहोगे ना जब, वो इसलिए हो रहे हैं क्योंकि आप अपने गरीब आदमियों का ध्यान नहीं दे रहे। आप माया से भी कमज़ोर नहीं हो। सिख आज फाइनेंस से कमज़ोर नहीं है, लेकिन आप उनकी तरफ ध्यान नहीं दे रहे तो वो पतत हो रहे हैं गरीब सिख। तो गरीब सिखों की तरफ तो आपको दिल्ली में भी पतत हो रहे हैं, आपको पता है दिल्ली में भी पतत हो रहे हैं, कहीं वहाँ का मत को, क्योंकि हम उनकी तरफ ध्यान नहीं दे रहे, उनको अपने साथ जोड़ नहीं रहे हैं और उनके गरीबी की तरफ कोई ध्यान नहीं दे रहा। तो इसलिए अकाली दल का फ़र्ज बनता है कि वो गरीबी जो सिख हैं उनकी तरफ ध्यान दे, क्योंकि श्रोमणी अकाली दल एक दल सिखों का है। तो उनको फ़र्ज है कि वो पता करें कहाँ पर पतत हो रहे हैं, कहाँ पर वो अपना धर्म चेंज कर रहे हैं, तो उनको वहाँ पर ध्यान देकर इस काम को रोकना चाहिए। ਅੰਮ੍ਰਿਤਪਾਲ ਦੀ ਲਹਿਰ ਕਾਫੀ ਵੱਧ ਰਹੀ ਹੈ ਅਤੇ ਬੜੇ ਲੋਕ ਅੰਮ੍ਰਿਤਪਾਲ ਨੂੰ 1984 ਦੇ ਬਾਅਦ ਇਕਲੌਤਾ ਕਹਿੰਦੇ ਆ ਜਿਹੜਾ ਸਿੱਖਾਂ ਦੀ ਗੱਲ ਕਰ ਰਿਹਾ, ਅਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ? नहीं, जरा अमृतपाल जो अभी आया है, हाँ जी, वो जो पहले पतत हुआ था वही है ना, जो ਵਿਰਾਸਤ ਪੰਜਾਬ ਦਾ ਜਿੱਤੇ ਪਹਿਲੇ ਦੀਪ ਸਿੱਧੂ ਹੈਡ ਸੀ, ਉਸ ਜਥੇਬੰਦੀ ਦਾ ਹੈਡ ਹੈ ਅੰਮ੍ਰਿਤਪਾਲ ਜੀ, ਅਤੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ? नहीं, ये पतत भी हुआ है ना एक पहले। ਪਹਿਲੇ ਥੇ हाँ, ਅਤੇ ਵਾਪਸ ਆ ਕੇ ਉਹਨਾਂ ਨੇ
ਸੇਮ ਸੰਤ ਭਿੰਡਰਾਵਾਲਾ ਜੀ ਦੇ ਰਹੇ तो ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ? देखो, अगर वो सही रास्ते में चलेगा तो चलता रहे, अगर वो दूसरे रास्ते पे भटक जाएगा तो उसका फिर क्या होगा? वो तो सिख धर्म को अगर वो आगे ले जाना चाहता है तो उसका स्वागत करते हैं, लेकिन वो दूसरी ताकतों के साथ मिलकर पंजाब को अगर कमज़ोर करना चाहता है तो उसको सिख होने नहीं देंगे, क्योंकि आज सिख बड़ा समझदार हो गया है। पंजाब का बहुत समझदार हो गया है सिख, नौजवान बड़ा समझदार हो गया है। आगे ही हमारा बहुत नुकसान हो चुका है, आप आगे नुकसान नहीं होने देंगे, ये उसको समझ लेना चाहिए। अगर वो सही धर्म के नाम से चलता है, अगर लोगों को अमृत सिखाता है तो लोग उसके साथ जुड़े, उससे तो कोई इतराज़ नहीं। लेकिन कोई होड़ षड्यंत्र कर रहा है वो, क्योंकि वो विदेश से आया है, पता नहीं किसी के षड्यंत्र से ना आया हो, क्योंकि हमारा पाकिस्तान भी दुश्मन है कहीं वही, क्योंकि वो दुबई की तरफ से आया है, तो उसको जांच करना ये सरकार का काम है कि इसके पीछे कहीं विदेशी ताकतें तो नहीं है कि ये सिखों को कमज़ोर करने तो नहीं आया। इसलिए इसका ध्यान वहाँ की इंटेलिजेंस करे। अगर वो लोगों को धर्म के साथ जोड़ रहा है तो अच्छी बात है, उसमें क्या लेना देना। लेकिन अगर उसके पीछे विदेशी ताकतें हैं कि पंजाब को ख़राब करने की बात आए तो उसको ये दिमाग से निकाल देना चाहिए, क्योंकि पंजाब का एजुकेशन नौजवान समझदार हो गया, वो इस लाइन में भटकेगा नहीं। ਤੇ ਹੁਣ ਤੇ ਤੁਸੀਂ ਬੀਜੇਪੀ ਵਿੱਚ ਆਏ ਹੋ ਤੇ ਤੁਸੀਂ ਖੁੱਲ ਕੇ ਗੱਲ ਕਰ ਸਕਦੇ ਹੋ। ਇਹ ਕੀ ਕਾਰਨ ਹੈ ਕਿ 1984 ਦੇ ਬਾਅਦ ਵੀ ਕਾਂਗਰਸ ਦੀ ਪੋਲੀਟੀਕਲ ਡੋਮੀਨੈਂਸ ਇੰਨੀ ਜ਼ਿਆਦਾ ਪੰਜਾਬ ਵਿੱਚ ਰਹੀ ਹੈ ਤੇ ਬਾਰ-ਬਾਰ ਉਹਨਾਂ ਦੀ ਸਰਕਾਰ ਆਂਦੀ ਰਹੀ ਹੈ? ਨਹੀਂ, ਪੰਜਾਬ ਵਿੱਚ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਪੰਜਾਬ ਵਿੱਚ ਦੋ ਹੀ ਪਾਰਟੀਆਂ ਹੈਗੀਆਂ ਸੀ, ਕਦੇ ਕਾਂਗਰਸ ਲੈ ਆਉਂਦੇ ਸੀ, ਕਦੇ ਪੰਜਾਬ ਵਿੱਚ ਅਕਾਲੀ ਦਲ ਲੈ ਆਉਂਦੇ ਸੀ। ਤੇ ਪਿਛਲੇ ਦਿਨ 10 ਸਾਲ ਅਕਾਲੀ ਦਲ ਨੇ ਰਾਜ ਕੀਤਾ, ਲੋਕਾਂ ਨੇ ਦੇਖਿਆ ਕਿ ਅਕਾਲੀ ਦਲ ਨੂੰ 10 ਸਾਲ ਹੋ ਗਏ ਨੇ, ਤੇ ਫਿਰ ਕਾਂਗਰਸ ਨੂੰ ਲੈ ਆਏ, ਕੈਪਟਨ ਨੂੰ ਲੈ ਆਏ। ਕੈਪਟਨ ਨੇ 4-4.5 ਸਾਲ ਰਾਜ ਕੀਤਾ, ਤੇ ਜਦੋਂ ਆਪਸ ਵਿੱਚ ਕੈਪਟਨ ਕਾਂਗਰਸ ਕੁੱਤਮ ਕੁੱਤਾ ਹੋ ਗਈ, ਵੱਡੇ ਵੱਡੇ ਸਿੱਧੂ ਆ ਗਿਆ ਜਿਹੜਾ ਜੇਲ੍ਹ ਵਿੱਚ ਬੈਠਾ ਹੈ, ਸਿੱਧੂ ਹੋ ਗਿਆ, ਇਹ ਆਪਸ ਵਿੱਚ ਚੰਨੀ ਨੂੰ ਚੀਫ ਮਿਨਿਸਟਰ, ਜਲਦਬਾਜ਼ੀ 'ਚ। ਮੈਂ ਕਿਉਂ ਕਹਿੰਦਾ, ਕਾਂਗਰਸ ਨੂੰ ਇਹਨਾਂ ਮਿਲ ਕੇ ਭੈਣ ਔਰ ਭਰਾ ਨੇ ਖਤਮ ਕਰ ਦਿੱਤਾ। ਪੰਜਾਬ 6 ਮਹੀਨੇ ਪਹਿਲੇ ਇਲੈਕਸ਼ਨ ਹੋਏ ਸੀ, ਉਸ ਵਕਤ ਦਿੱਲੀ ਨਗਰ ਨਿਗਮ ਦੇ ਜਿਹਨਾਂ ਨੂੰ ਕਹਿੰਦੇ ਆ, ਸਾਰੇ ਕਾਂਗਰਸ ਜਿੱਤੀ ਸੀ। 6 ਮਹੀਨੇ 'ਚ ਕੀ ਐਸੀ ਵਜ੍ਹਾ ਹੋ ਗਈ? ਕਿਉਂਕਿ ਜਿਹੜਾ ਰਾਹੁਲ ਗਾਂਧੀ ਹੈ, ਇਹ ਕਿਸੇ ਦੇ ਕੰਟਰੋਲ ਤੋਂ ਬਾਹਰ ਹੈਗਾ। ਇਹਨੂੰ ਪੋਲੀਟੀਕਲ ਕੋਈ ਇਤਨੀ ਸਮਝ ਨਹੀਂ ਹੈਗੀ, ਜਿਹੜੀ ਨੂੰ ਸਮਝ ਅੱਜ ਤੱਕ ਨਹੀਂ ਆ ਸਕੀ ਇਹਨੂੰ। ਹੁਣ ਆਪ ਦੱਸੋ ਕਿ ਇਲੈਕਸ਼ਨ ਗੁਜਰਾਤ 'ਚ ਹੋ ਰਿਹਾ, ਉਹ ਭਾਰਤ ਅੰਦੋਲਨ ਜੋੜ ਰਿਹਾ। ਬੜੇ ਸਾਰਾ ਕਹਿਣਾ ਹੈ ਕਿ ਇਹ ਲੋਕ ਸਭਾ ਦੀ ਤਿਆਰੀ ਹੋ ਰਹੀ ਹੈ। ਨਹੀਂ, ਕਿਸ ਚੀਜ਼ ਦੀ ਲੋਕ ਸਭਾ? ਜਿੱਥੇ ਚੁਣਾਵ ਹੋ ਰਿਹਾ ਪਹਿਲੇ ਉਹਦੀ ਤਿਆਰੀ ਕਰੋ ਨਾ। ਤੇ ਉਹ ਬੜੇ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਸਭਾ ਦੇ ਵਿੱਚ ਪਾਰਟਿਸਿਪੇਸ਼ਨ ਕਾਂਗਰਸ ਦੀ ਵਾਪਸ ਆਏ ਤੇ ਇਹਦੇ ਲਈ ਉਹ ਯਾਤਰਾ ਕਰੀ ਜਾ ਰਹੀ ਹੈ। किस करके कुछ जो जितने फिर गुजरात क्यों नहीं जीत गए? जितने 80 90 85 उत्ते रह गया सी, 20-25 रह गए, कितने रह गए ਹੁਣ? ਤੇ ਭਾਰਤ ਜੋੜੋ ਅੰਦੋਲਨ ਦੇ ਨਾਲ ਹੋਇਆ, ਇਹਦੀ ਕਮਜ਼ੋਰੀਆਂ ਦੇ ਨਾਲ ਹੋਇਆ। ਪੰਜਾਬ ਦਾ ਅਗਰ ਸੱਤਿਆਨਾਸ਼ ਕਰਨੇ ਵਾਲਾ ਹੈਗਾ ਹੈ, ਉਹ ਰਾਹੁਲ ਗਾਂਧੀ ਹੈਗਾ ਹੈ, ਹੋਰ ਕੋਈ ਨਹੀਂ ਹੈਗਾ, ਜਾਂ ਉਹਦੀ ਭੈਣ ਹੈਗੀ ਹੈ। ਕਿਉਂਕਿ ਅਗਰ ਕਿਸੇ ਨੂੰ ਆਪ PCC ਪ੍ਰੈਜ਼ੀਡੈਂਟ ਬਣਾ ਰਹੇ ਹੋਗੇ ਤੇ ਪੁੱਛ ਤੋਂ ਲੈ ਮੁੱਖ ਮੰਤਰੀ ਦੇ ਨਾਲ, ਉਹ ਚੱਲੇਗਾ ਕਿ ਨਹੀਂ ਚੱਲੇਗਾ? ਤੈਨੂੰ PCC ਪ੍ਰੈਜ਼ੀਡੈਂਟ ਬਣਾ ਰਿਹਾ, ਤੂੰ ਕੈਪਟਨ ਨਾਲ ਚੱਲੇਗਾ ਕਿ ਨਹੀਂ ਚੱਲੇਗਾ? ਅਗਰ ਨਹੀਂ ਚੱਲਣਾ ਤਾਂ ਉਹਨੂੰ ਬਣਾਉਣੇ ਦਾ ਫਾਇਦਾ ਕੀ ਹੈ? ਉਹਨੇ ਅਸਤੀਫਾ ਦੇ ਦਿੱਤਾ ਚੌਥੇ ਦਿਨ, ਤੁਸੀਂ ਅਸਤੀਫਾ ਮਨਜ਼ੂਰ ਨਹੀਂ ਕੀਤਾ। ਉਹ ਇਹਦੀ ਭੈਣ ਦੀ ਰੈਲੀ ਹੋਈ ਹੈ, ਉਹ ਤੇ ਉਹਨੂੰ ਅਨਾਊਂਸਮੈਂਟ ਕਰ ਰਹੇ ਕਿ ਉਹ ਬੋਲਿਆ ਹੀ ਨਹੀਂ ਹੈ ਕਿ ਕੈਂਡੀਡੇਟ ਦੇ ਉੱਤੇ। ਅਤੇ ਮੈਸੇਜ ਇਸੀ ਕਰਕੇ ਅਕਾਲੀ ਦਲ ਬਾਦਲ ਤੋਂ ਵੀ ਲੋਕ ਨਾਰਾਜ਼ ਸੀ, 10 ਸਾਲ ਰਾਜ ਕੀਤਾ ਉਹਨਾਂ ਨੇ। ਅਤੇ ਕਾਂਗਰਸ ਵਿੱਚ ਆਪਸ ਵਿੱਚ ਕੁੱਤਮ ਕੁੱਤਾ ਹੋ ਗਈ, ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਕਰਕੇ ਔਰ ਪ੍ਰਿੰਕਾ ਗਾਂਧੀ ਕਰਕੇ। ਅਤੇ ਇਸ ਕਰਕੇ ਲੋਕਾਂ ਨੇ ਕਿਹਾ ਸਾਲੇ ਦੋਨੋਂ ਹੀ ਬੇਕਾਰ ਆਦਮੀ,
ਇਹਨਾਂ ਨੂੰ ਹਟਾਓ, ਤੀਸਰੇ ਨੂੰ ਦੇ ਦਿਓ। ਉਹਨਾਂ ਨੇ ਪੂਰਾ ਬਹੁਮਤ ਤਗੜੇ ਤਗੜੇ 30 ਮਾਰ ਕੇ ਹਰਾ ਦਿੱਤੇ ਉਹਨਾਂ ਨੇ। ਸਿੱਧੂ ਵੀ ਹਾਰ ਗਿਆ ਜਿਹੜਾ ਤੂਤੀ ਵੱਜਦੀ ਸੀ। ਅਤੇ ਇਸ ਕਰਕੇ ਲੋਕ ਹੁਣ ਬੜੇ ਸਮਝਦਾਰ ਹੋ ਗਏ ਨੇ। ਹੁਣ ਤੁਸੀਂ ਅੰਮ੍ਰਿਤਪਾਲ ਦਾ ਨਾਮ ਲੈ ਰਹੇ ਹੋ, ਉਹਨੂੰ ਕਹੋ ਕੋਈ ਸਾਜ਼ਿਸ਼ ਵਿੱਚ ਨਾ ਪਈ, ਅਗਰ ਧਰਮ ਦਾ ਕੰਮ ਕਰਨਾ ਹੀ ਤਾਂ ਕਰ, ਤੈਨੂੰ ਪੂਰੀ ਇਜਾਜ਼ਤ ਹੈ। ਸਾਰੇ ਲੋਕ ਤੇਰੇ, ਅਗਰ ਤੂੰ ਚਲਾਕੀ ਵਰਤੇਂਗਾ ਤਾਂ ਪੰਜਾਬ ਵਾਲੇ ਨੌਜਵਾਨ ਹੁਣ ਚਲਾਕੀ 'ਚ ਨਹੀਂ ਆਉਣਗੇ। ਉਹਨਾਂ ਨੇ ਹੁਣ ਆਪਣਾ ਕੈਰੀਅਰ ਦੇਖਣਾ। ਲੋਕਾਂ ਨੌਜਵਾਨਾਂ ਨੇ ਆਪਣਾ ਕੈਰੀਅਰ ਕਿਉਂ, ਦੇਖੋ ਕਿਤਨੀ ਤਾਦਾਦ ਦੇ ਨਾਲ ਹੁਣ ਕਨਾਡਾ ਪਹੁੰਚ ਗਏ, ਅਮਰੀਕਾ ਪਹੁੰਚ ਗਏ। ਹੁਣ ਪੰਜਾਬ ਵਿੱਚ ਲੇਕਿਨ ਹੁਣ ਇੱਕ ਗੱਲ ਹੋ ਰਹੀ ਹੈ, ਸਭ ਤੋਂ ਵੱਡੀ ਗੱਲ ਜਿਹੜੇ ਲੋਕ ਉੱਥੇ ਜਾ ਕੇ ਪਹਿਲੇ ਹਿੰਦੁਸਤਾਨ ਵਿੱਚ ਪੈਸੇ ਖਰਚ ਕਰਦੇ ਸੀ, ਕੋਈ ਜ਼ਮੀਨ ਲੈ ਲਈ ਸੀ, ਲੇਕਿਨ ਹੁਣ ਉਹ ਹਿੰਦੁਸਤਾਨ ਤੋਂ ਵੇਚ ਕੇ ਜਾ ਰਹੇ ਨੇ ਔਰ ਉੱਥੇ ਪੈਸਾ ਐਡਜਸਟ ਕਰ ਰਹੇ ਨੇ। ਇਹ ਹਿੰਦੁਸਤਾਨ ਵਾਸਤੇ ਇੱਕ ਨੁਕਸਾਨ ਹੈਗਾ। ਮੈਂ ਆਪਣੇ ਵੀਰਾਂ ਨੂੰ ਕਹਾਂਗਾ ਕਿ ਤੁਸੀਂ ਉੱਥੋਂ ਪੈਸੇ ਕਮਾ ਕੇ ਹਿੰਦੁਸਤਾਨ 'ਤੇ ਖਰਚ ਕਰੋ। ਹਿੰਦੁਸਤਾਨ ਆਪਣਾ ਦੇਸ਼ ਹੈ, ਇਹਨੂੰ ਅਸੀਂ ਤਰੱਕੀ ਕਰਨੀ ਹੈ। ਇਸੀ ਕਰਕੇ ਜਿਤਨਾ ਪੈਸਾ ਉੱਥੋਂ ਆਏਗਾ, ਦੇਸ਼ ਤਰੱਕੀ ਹੋਏਗੀ, ਤੁਹਾਡੇ ਹਿੰਦੁਸਤਾਨ ਦਾ ਨਾਮ ਰੋਸ਼ਨ ਹੋਏਗਾ, ਕਿਉਂਕਿ ਹੈ ਤਾਂ ਤੁਸੀਂ ਹਿੰਦੁਸਤਾਨੀ ਹੋ ਨਾ। ਅਤੇ ਹਿੰਦੁਸਤਾਨ ਦਾ ਨਾਮ ਅਸੀਂ ਆਪ ਲੋਕਾਂ ਨੂੰ ਅਪੀਲ ਕਰਦੇ ਹਾਂ, ਜਿਤਨੇ ਬਿਜ਼ਨਸ ਵਾਲੇ ਹੈਗੇ ਨੇ, ਤੁਸੀਂ ਹਿੰਦੁਸਤਾਨ ਦੀ ਤਰਫ ਧਿਆਨ ਦਿਓ ਔਰ ਹਿੰਦੁਸਤਾਨ 'ਤੇ ਪੈਸਾ ਲਗਾਓ ਕਿ ਹਿੰਦੁਸਤਾਨ ਤਰੱਕੀ ਕਰੇ। ਚਾਹੇ ਪੰਜਾਬ ਵਿੱਚ ਲਗਾਓ, ਹਰਿਆਣਾ 'ਚ ਲਗਾਓ, ਜਿੱਥੇ ਆਪ ਨੂੰ ਜ਼ਰੂਰਤ ਹੈ ਉੱਥੇ ਲਗਾਓ, ਉੱਤਰਾਖੰਡ 'ਚ ਲਗਾਓ, ਜਿੱਥੇ ਮਰਜ਼ੀ ਲਗਾਓ, ਯੂਪੀ 'ਚ ਲਗਾਓ। ਤੁਸੀਂ ਪੈਸਾ ਉੱਥੋਂ ਕਮਾ ਕੇ ਹਿੰਦੁਸਤਾਨ ਤੋਂ ਲਗਾਓ, ਆਪਣਾ ਹਿੰਦੁਸਤਾਨ ਤਰੱਕੀ ਕਰੇ। ਲਾਸਟ ਮੰਥ HS ਫੁਲਕਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪ੍ਰੈਸ ਕਾਨਫਰੰਸ ਦੇ ਬਾਅਦ ਉਹਨਾਂ ਨੇ ਕਿਹਾ ਕਿ 38 ਸਾਲ ਦੇ ਬਾਅਦ ਦਿੱਲੀ ਵਿੱਚ ਜਿੱਥੇ 3000 ਸਿੱਖਾਂ ਦਾ ਕਤਲੇਆਮ ਹੋਇਆ ਸੀ, ਅੱਜ 30 ਲੋਕ ਵੀ ਪ੍ਰੋਸੀਕਿਊਟ ਨਹੀਂ ਹੋਏ। ਅਤੇ ਉਹਨਾਂ ਨੇ ਅਪੀਲ ਕੀਤੀ ਹੈ ਮੋਦੀ ਜੀ ਦੇ ਨਾਲ ਅਤੇ ਹੋਮ ਮਿਨਿਸਟਰ ਦੇ ਨਾਲ ਕਿ ਟਰੁਥ ਕਮਿਸ਼ਨ ਐਸਟੈਬਲਿਸ਼ ਕਰੀ ਜਾਏ। ਦੂਜੀ ਤਰਫ ਯੂਪੀ ਦੇ ਅੰਦਰ ਹੁਣ 38 ਸਾਲ ਦੇ ਬਾਅਦ SIT ਕੌਂਸਟੀਟਿਊਟ ਹੋਈ। SIT ਦੇ ਵਿੱਚ 127 ਕਿਲਿੰਗ ਦੇ ਵਿੱਚ 40 ਲੋਕਾਂ ਨੂੰ ਦੋਸ਼ਿਤ ਪਾਇਆ ਗਿਆ। ਜਦ ਉਹਦਾ ਮਾਸਟਰ ਮਾइंड ਨਿਕਲਿਆ ਤੇ ਉਹ ਮਾਸਟਰ माइंड ਜਿਹੜਾ ਸੀ वो है रघविंदर सिंह कुशवाहा और वो कांग्रेस के उस टाइम के एक्स मिनिस्टर जो शिवनाथ सिंह कुशवाहा है उनके भतीजे। उस टाइम ਤੇ वो एक्स ਕਾਂਗਰਸ ਦਾ MLA ਸੀ, ਹੁਣ ਉਹ BJP ਵਿੱਚ ਆ ਗਿਆ। ਅਤੇ SIT ਕਮੇਟੀ ਦੀ ਜਿਹੜੀ ਸਥਾਪਨਾ ਸੀ ਉਹ ਰੱਦ ਕਰ ਦਿੱਤੀ ਗਈ ਹੈ। ਹੁਣ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ 38 ਸਾਲ ਬਾਅਦ ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਔਰ ਉਹ ਵੀ ਕੈਪੀਟਲ ਆਫ ਇੰਡੀਆ ਵਿੱਚ? ਉਹ ਸਿੱਖਾਂ ਨੂੰ ਇਤਿਹਾਸ ਜਦ ਦਾ ਮੋਦੀ ਆਇਆ ਹੈਗਾ, ਸਿੱਖਾਂ ਨੂੰ ਇਨਸਾਫ ਮਿਲਿਆ ਚੁਰਾਇਆ। ਸੱਜਣ ਕੁਮਾਰਾ ਜੇਲ੍ਹ ਇਸ ਇਲਾਕਾਂ ਦੇ ਪਿੱਛੇ ਹੈਗਾ ਕਿ ਨਹੀਂ? ਹੋਰ ਕਈ ਲੋਕ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਸਿੱਖ 84 ਦੇ ਵਾਸਤੇ। ਲੇਕਿਨ ਜੁਡੀਸ਼ਲੀ ਜਿਹੜੀ ਹੈਗੀ ਹੈ, ਇਹ ਜੁਡੀਸ਼ਲੀ ਦਾ ਕੰਮ ਹੈਗਾ, ਕਿਉਂਕਿ ਉਸ ਟਾਈਮ ਦੀਆਂ ਜਿਹੜੀਆਂ FIR ਹੈਗੀਆਂ ਉਹਨਾਂ ਨੂੰ ਨਿਕਾਲ ਕੇ ਅਤੇ ਜੁਡੀਸ਼ਲੀ ਨੂੰ ਵੀ ਆਰਡਰ ਕਰਨੇ ਚਾਹੀਦੇ ਨੇ ਕਿ ਜਿਤਨੇ ਉਸ ਟਾਈਮ ਕਤਲੇਆਮ ਹੋਇਆ ਉਹਨਾਂ ਦੀਆਂ FIR ਮੰਗਾਉਣ। ਜਿਹੜਾ ਬਣਿਆ ਸੀ ਪਹਿਲੇ ਵੀ ਇੱਕ ਆਯੋਗ ਬਣਿਆ ਸੀ, ਉਸ ਆਯੋਗ ਦੇ ਸਾਹਮਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਫੀ ਜ਼ੋਰ ਲਗਾਇਆ ਹੈਗਾ ਹੈ। ਦਿੱਲੀ ਵਿੱਚ SGPC ਨੇ ਵੀ ਲਗਾਇਆ। ਅਸੀਂ ਸਾਰੇ ਮਿਲ ਕੇ ਇਹਨਾਂ ਚੀਜ਼ਾਂ ਨੂੰ ਉਠਾਈਏ ਇਕੱਠੇ ਹੋ ਕੇ। ਅਸਲ ਵਿੱਚ ਸਿੱਖਾਂ ਵਿੱਚ ਵੀ ਬੜੇ ਦਲ ਬਣ ਗਏ ਹੈਗੇ ਨੇ। ਹਰ ਗੁਰਦੁਆਰਿਆਂ ਵਿੱਚ ਸਿੰਘ ਸਭਾਵਾਂ ਵਿੱਚ ਪ੍ਰਧਾਨ ਬਣ ਗਏ ਨੇ, ਫਿਰ ਉਹ ਪ੍ਰਧਾਨ ਹੀ ਚੱਲਦੇ ਰਹਿੰਦੇ ਨੇ। ਮੈਂਬਰ ਵੀ ਜਿਹੜੇ ਚੁਣਾਵ ਲੜ ਕੇ ਆਉਂਦੇ ਨੇ ਉਹ ਵੀ ਫਿਰ ਇਸ ਕਰਕੇ ਇਕੱਠੇ ਹੋ ਕੇ ਸਿੱਖਾਂ ਦੀ ਗੱਲ ਕਰਨੀ ਚਾਹੀਦੀ ਹੈ। ਲੇਕਿਨ ਮੈਂ ਆਪ ਨੂੰ ਦੱਸਣਾ ਚਾਹੁੰਦਾ, ਨਰਿੰਦਰ ਮੋਦੀ ਜੀ ਸਿੱਖਾਂ ਦੇ ਵਾਸਤੇ ਬਹੁਤ ਸੋਚ ਰਹੇ ਹੈਗੇ ਨੇ। ਤਿੰਨੋਂ ਕਾਲੇ ਕਾਨੂੰਨ ਉਹਨਾਂ ਨੇ ਵਾਪਸ ਲਿੱਤੇ ਹੈਗੇ ਨੇ ਔਰ ਉਸ ਤੋਂ ਬਾਅਦ ਕਿਸਾਨਾਂ ਵਾਸਤੇ ਵੀ ਬੜਾ ਕੁਛ ਕਰ ਰਹੇ ਹੈਗੇ ਨੇ। ਔਰ ਸਭ ਤੋਂ ਵੱਡੀ ਗੱਲ ਹੈ, ਆਪਨੇ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਉਹ ਸਿੱਖਾਂ ਵਾਸਤੇ ਬਹੁਤ ਹੀ ਸੋਚ ਰਹੇ ਨੇ। 1.5 ਘੰਟਾ ਕਿਹੜਾ ਪ੍ਰਧਾਨ ਮੰਤਰੀ ਪਹਿਲੇ ਆਉਂਦਾ ਸੀ, ਹੁਣ 1.5 ਘੰਟਾ ਉਹ ਰਹਿਣਗੇ ਨੈਸ਼ਨਲ ਸਟੇਡੀਅਮ। ਇਹ ਬੜੀ ਵੱਡੀ ਗੱਲ ਹੈਗੀ ਹੈ, ਉੱਥੇ ਉਹ ਸ਼ਾਮਿਲ ਹੋ ਰਹੇ। ਅਤੇ ਪਿਛਲੇ ਪ੍ਰੋਗਰਾਮ ਜਿਹੜਾ ਹੋਇਆ ਸੀ ਉੱਥੇ ਵੀ ਆਏ ਨੇ, ਲਾਲ ਕਿਲ੍ਹਾ ਵੀ ਆਏ ਹੈਗੇ ਨੇ। ਔਰ ਉਸ ਤੋਂ ਬਾਅਦ ਕੋਰੀਡੋਰ ਦਾ ਤੁਹਾਨੂੰ ਦੱਸਿਆ, ਬਾਲ ਦਿਵਸ ਦਾ ਕਿਤਨੇ ਕੰਮ ਗਿਣਵਾ ਦੀਏ। ਹੁਣ ਜਿਹੜਾ ਇਹ ਬਾਲ ਦਿਵਸ ਦਾ ਕੰਮ ਹੋ ਰਿਹਾ ਹੈ, ਇਹ ਮਤਲਬ ਕਿ ਹਿੰਦੀ ਖੇਤਰ 'ਚ ਨਹੀਂ ਹੋ ਰਿਹਾ, ਪੂਰੇ ਸਾਊਥ ਇੰਡੀਅਨ ਵਿੱਚ ਵੀ ਸਕੂਲਾਂ 'ਚ ਹੋ ਰਿਹਾ ਹੈਗਾ। 13 ਲੱਖ ਸਕੂਲਾਂ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈਗਾ। ਬਾਲ ਦਿਵਸ ਜਿਹੜਾ 13,000
13 ਲੱਖ ਸਕੂਲਾਂ 'ਚ ਹਿੰਦੁਸਤਾਨ ਦੇ ਉੱਥੇ ਚਾਰੋਂ ਸਾਹਿਬਜ਼ਾਦਿਆਂ ਦੇ ਬਾਰੇ 'ਚ ਦੱਸਿਆ ਜਾਏਗਾ। ਐਮਸੀਡੀ ਚੁਣਾਵ ਉਤੇ ਰਿਜ਼ਲਟ ਆਇਆ ਤੇ ਐਮਸੀਡੀ ਦੇ ਚੁਣਾਵ ਰਿਜ਼ਲਟ ਲਈ ਤੁਹਾਡਾ ਕੀ ਓਪੀਨੀਅਨ ਹੈ ਕਿ ਕੀ ਵਜ੍ਹਾ ਰਹੀ ਕਿ ਬੀਜੇਪੀ ਦਾ ਰਿਜ਼ਲਟ ਐਕਸਪੈਕਟੇਸ਼ਨ ਤੋਂ ਕਮ ਆਇਆ? ਨਹੀਂ, ਬਰਾਬਰ ਹੀ ਹੈ ਕਰੀਬਨ ਵੋਟਾਂ ਦਾ ਤਾਂ 1% ਦਾ ਫਰਕ ਹੈਗਾ। ਕੋਈ ਲੋਕ ਮਤਲਬ ਬੀਜੇਪੀ ਔਰ ਆਪ ਵਾਲੀ ਪਾਰਟੀ 'ਚ 1% ਦਾ ਫਰਕ ਹੋਇਆ ਵੋਟਾਂ ਦਾ। ਆਪ ਆਦਮੀ ਪਾਰਟੀ ਆਈ ਐਮਸੀਡੀ ਇਲੈਕਸ਼ਨਸ ਵਿੱਚ, ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ? ਨਹੀਂ ਆਈ ਨਹੀਂ ਹਾਲੇ ਤਾਂ ਕਾਗਜ਼ਾਂ 'ਚ ਹੈ। ਹੁਣ ਅੱਗੇ ਤਾਂ ਹੁਣ ਵੋਟਾਂ ਹੋਣਗੀਆਂ ਫਿਰ ਪਤਾ ਲੱਗੇਗਾ, ਕਿਉਂਕਿ ਕਈ ਕੌਂਸਲਰ ਇਹਨਾਂ ਨੇ ਛੁਪਾ ਰੱਖੇ ਨੇ। ਇਸ ਟਾਈਮ ਕੌਂਸਲਰ ਉਹ ਖੁੱਲ੍ਹ ਕੇ ਬਾਹਰ ਆਉਣਾ ਚਾਹੁੰਦੇ ਨੇ, ਕਿਉਂਕਿ ਇਹਨਾਂ ਨੇ ਟਿਕਟਾਂ ਵੇਚੀਆਂ ਹੈਗੀਆਂ। ਪੂਰੀ ਦਿੱਲੀ ਸ਼ਹਿਰ ਨੂੰ ਪਤਾ ਹੈ ਸ਼ਰਾਬ ਦੇ ਵਿੱਚ ਪੈਸਾ ਖਾਦਾ, ਪੂਰੀ ਦਿੱਲੀ ਸਰਕਾਰ ਵਿੱਚ ਪਤਾ। ਕੇਜਰੀਵਾਲ ਤਾਂ ਹੁਣ ਬੇਨਕਾਬ ਹੋ ਗਿਆ। ਹੁਣ ਉੱਤਰਾਖੰਡ ਉਹ ਕਿਤਨਾ ਕਹਿ ਰਹੇ ਸੀ ਹਿਮਾਚਲ ਵਿੱਚ ਸਰਕਾਰ ਆ ਰਹੀ ਹੈ, ਉਹ ਤੋਂ ਮਾਨ ਨੂੰ ਲਈ ਫਿਰਿਆ। ਮਿਲਿਆ ਕੀ ਹੈ? 1% ਵੋਟ ਮਿਲੀ ਹੈ ਜਾਂ 1.5%। ਇਹਨੂੰ ਲੋਕ ਹੁਣ ਚਾਹਣਾ ਬੰਦ ਹੋ ਗਏ ਨੇ। ਇੱਕ ਮੰਤਰੀ ਦਾ ਜੇਲ੍ਹ ਵਿੱਚ ਸੜ ਰਿਹਾ, ਦੂਸਰੇ ਮੰਤਰੀ 'ਤੇ CBI ਦੀ ਰੇਡ ਚੱਲ ਰਹੀ ਹੈ, ਕਿਉਂਕਿ ਇਹ ਇੱਕ ਨੰਬਰ ਦਾ ਚੋਰ ਹੈ। ਇਹ ਘੱਟੋ ਘੱਟ ਨਹੀਂ ਤਾਂ ਇਹਨੇ 250 ਵਿੱਚੋਂ 150 ਟਿਕਟਾਂ ਵੇਚੀਆਂ ਹੋਣਗੀਆਂ ਔਰ ਸਭ ਕੋਲ 50-50 ਲੱਖ ਰੁਪਏ ਲੈਂਦਾ। ਇਸ ਤਰ੍ਹਾਂ ਹੀ MLA ਦੀਆਂ ਵੇਚਦੇ ਹੋਣਗੇ। ਮਤਲਬ ਇਹ ਕੋਈ ਇਹ ਕੰਮ ਥੋੜ੍ਹੀ ਕਰ ਰਿਹਾ। ਹੁਣ ਦੇਖੋ ਨਾ ਦਿੱਲੀ 'ਚ ਕੀ ਕੰਮ ਹੋਏ ਨੇ, ਇਹ ਦੱਸ ਦਿਓ ਤੁਸੀਂ। ਸਿਰਫ ਆਪ ਬਿਜਲੀ ਕਰ ਦਿਓ, ਮੈਂ ਫ੍ਰੀ ਕਰ ਰਿਹਾ 300 ਯੂਨਿਟ। ਉਹ 300 ਯੂਨਿਟ ਕਰਦਾ, ਉਹਨਾਂ ਨੂੰ ਬਿੱਲ ਆ ਰਹੇ ਨੂੰ। ਪਾਣੀ ਵਾਲੇ ਬਿੱਲ ਲੋਕਾਂ ਨੂੰ ਇਤਨੇ ਆ ਰਹੇ ਨੇ। ਅੱਜ ਵੀ ਫੋਨ ਆਇਆ ਕਿ ਪਾਣੀ ਦੇ ਬਿੱਲਾਂ ਦਾ ਕੀ ਕਰਾਂਗੇ। ਮਤਲਬ ਇਹਦੇ ਕੋਲ ਸਰਕਾਰ ਚੱਲ ਹੀ ਨਹੀਂ ਰਹੀ ਹੈਗੀ। ਇਹ ਤਾਂ ਲੋਕਾਂ ਨੂੰ ਜਿਤਨਾ ਬਣਾ ਕੇ, ਹੁਣ ਦੇਖੋ ਨਾ 1% ਦਾ ਵੋਟ ਦਾ ਫਰਕ ਪੈ ਗਿਆ। ਪਹਿਲੇ ਇਹਨੂੰ ਸਮਝ ਲਓ ਕਿ 53-54% ਵੋਟ ਮਿਲੀ ਹੈ, 54-55% ਮਿਲੀ ਹੈ। ਅਤੇ ਉਹਨੇ ਕਾਂਗਰਸ ਨੂੰ 5-6% ਮਿਲੀ ਹੈ। BJP ਦੀ ਤਾਂ 39% ਵੋਟ, 38% ਪੂਰੀ ਹੈ। ਹੁਣ ਵੀ 1% ਵੱਧੀ ਹੈਗੀ ਹੈ, ਘੱਟੀ ਨਹੀਂ ਹੈਗੀ। ਇਹ ਤਾਂ ਕਾਂਗਰਸ ਖਤਮ ਹੋ ਗਈ ਹੈ। ਕਾਂਗਰਸ ਨੂੰ ਉਹ ਵੋਟ ਇਤਨੀ ਮਿਲੀ ਨਹੀਂ ਅਤੇ ਜਿੱਤ ਗਿਆ। बड़े रोजाना है कहना है कि दिल्ली सिख गुरुद्वारा मैनेजमेंट कमेटी ने ओपनली सपोर्ट किया कि कैंਡੀਡੇਟਸ ਬੀਜੇਪੀ ਨੂੰ ਵੋਟ ਡਾਲਣ। ਇਸੀ ਵਜ੍ਹਾ ਨਾਲ ਜਿਹੜੀ ਮੀਨਾਕਸ਼ੀ ਲੇਖੀ ਦੀ ਕੌਂਸਟੀਟੂਐਂਸੀ ਹੈ ਅਤੇ ਜਿਹੜੇ ਸਿੱਖਾਂ ਦੇ ਡੋਮੀਨੇਟਿਡ ਏਰੀਆ ਉੱਥੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 25 ਵਾਰਡ ਜੇ ਮੀਨਾਕਸ਼ੀ ਲੇਖੀ ਸੀ ਉਹਦੇ ਵਿੱਚ 80% ਉਹ ਹਾਰੇ, ਜਿਹਦੇ ਤਹਿਤ ਆਦੇਸ਼ ਗੁਪਤਾ ਜੀ ਨੂੰ ਆਪਣਾ ਇਸਤੀਫਾ ਵੀ ਦੇਣਾ ਪਿਆ। ਅਤੇ ਜਦ ਅਗਰ ਅਸੀਂ ਕੰਪੇਅਰ ਕਰਦੇ ਹਾਂ ਆਮ ਆਦਮੀ ਪਾਰਟੀ ਨੂੰ ਅਤੇ BJP ਨੂੰ, ਅਤੇ BJP ਦੇ ਵਿੱਚ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਕਾਫੀ ਜ਼ਿਆਦਾ ਹੈ ਲੀਡਰਸ ਦੀ ਐਜ਼ ਕੰਪੇਅਰ ਟੂ ਜਿਹੜੀ ਆਮ ਆਦਮੀ ਪਾਰਟੀ ਵਿੱਚ ਹੈ। ਅਤੇ ਜਦ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ BJP ਵਿੱਚ ਜ਼ਿਆਦਾ ਹੈ ਅਤੇ ਫਿਰ ਸਿੱਖਾਂ ਨੇ ਵੋਟ ਕਿਉਂ ਕੀਤਾ ਆਮ ਆਦਮੀ ਪਾਰਟੀ ਦੇ ਲਈ? ਇਹ ਤਾਂ ਹਾਲੇ ਤੱਤ ਚੱਲ ਰਿਹਾ। ਇਹਦੇ 'ਚ ਅਗਲੀ ਵਾਰ ਮਿਲੋਗੇ ਫਿਰ ਦੇਖਾਂਗੇ ਕੀ ਤੱਤ ਨਿਕਲਿਆ। ਹਾਲੇ ਕਿਉਂਕਿ ਹੁਣ ਰਿਜ਼ਲਟ ਆਏ ਨੇ, ਹਾਲੇ ਪਤਾ ਲੱਗੇਗਾ, ਉਹਦਾ ਗਹਿਨ ਹੋਏਗਾ, ਫਿਰ ਆਪ ਦੇ ਨਾਲ ਇਹਦੇ ਬਾਰੇ ਡਿਸਕਸ ਕਰਾਂਗੇ। ਅਤੇ ਹੁਣ ਤੁਸੀਂ ਆਏ ਹੋ ਅਤੇ ਲੋਕ ਸਭਾ ਚੁਣਾਵ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਲੋਕ ਸਭਾ 'ਚ ਨਰਿੰਦਰ ਮੋਦੀ ਜੀ ਦਾ ਕੋਈ ਮੁਕਾਬਲਾ ਨਹੀਂ ਹੈਗਾ। ਮੇਰੇ ਹਿਸਾਬ ਨਾਲ ਇਸ ਵਾਰ 400 ਤੋਂ ਪਾਰ ਜਾਏਗਾ ਨਰਿੰਦਰ ਮੋਦੀ ਇਕੱਲਾ, ਕਿਉਂਕਿ ਅੱਗੇ ਕੋਈ ਲੀਡਰਸ਼ਿਪ ਨਹੀਂ ਹੈਗੀ। ਔਰ ਮੋਦੀ ਜੀ ਇਤਨਾ ਕੰਮ ਕਰ ਰਹੇ ਹੈਗੇ, ਹਰ ਧਰਮਾਂ ਦੇ ਨਾਲ ਲੋਕਾਂ ਨੂੰ ਜੋੜ ਰਹੇ ਹੈਗੇ। ਔਰ ਦੇਸ਼ ਦੇ ਵਾਸਤੇ ਅੱਜ ਆਪਨੇ G7 ਵਿੱਚ ਆਪਨੇ ਦੇਖਿਆ ਅਮਰੀਕਾ ਦਾ ਰਾਸ਼ਟਰਪਤੀ ਨਰਿੰਦਰ ਮੋਦੀ ਜੀ ਨੂੰ ਸਲੂਟ ਮਾਰ ਰਿਹਾ। ਸਲੂਟ ਕਿਹਨੂੰ ਮਾਰਦੇ ਆ? ਵੱਡੇ ਨੂੰ। ਉਹ ਕਹਿੰਦਾ ਨਰਿੰਦਰ ਮੋਦੀ ਜੀ 'ਚ ਕਾਬਲੀਅਤ ਹੈ ਸਲੂਟ ਮਰਵਾਉਣੇ ਦੀ। ਹੁਣ ਪਹਿਲੇ ਚਾਈਨਾ ਕਿਸ ਤਰ੍ਹਾਂ ਧਮਕੀਆਂ ਦਿੰਦਾ ਰਹਿੰਦਾ ਸੀ, ਹੁਣ ਚਾਈਨਾ ਕੀ ਬੋਲਦਾ? ਚਾਈਨਾ ਖੁੱਲ੍ਹ ਕੇ ਬੋਲੇ ਨਾ, ਖੁੱਲ੍ਹ ਕੇ ਤਾਂ ਡਰਦਾ, ਐਵੇਂ ਹੀ ਛਿੱਟ-ਪੁੱਟ ਕਰਦਾ ਰਹੇ। ਖੁੱਲ੍ਹ ਕੇ ਹਿੰਮਤ ਹੈ ਕਰੇ ਨਾ, ਕਿਉਂਕਿ ਨਰਿੰਦਰ ਮੋਦੀ ਜੀ ਦੇ ਆਣੇ ਦੇ ਬਾਅਦ ਹਿੰਦੁਸਤਾਨ ਪੂਰਾ, ਆਪ ਨੂੰ ਇਕਨੋਮੀ ਪਤਾ ਹਿੰਦੁਸਤਾਨ ਦੀ ਅੱਜ 5ਵੇਂ ਨੰਬਰ 'ਤੇ ਆ ਗਈ ਹੈ। UK ਵੀ ਪਿੱਛੇ ਹੋ ਗਏ। ਜਿਹੜੇ ਵੱਡੇ ਵੱਡੇ
ਕੰਟਰੀਆਂ ਸੀ ਉਹ ਪਿੱਛੇ ਹੋ ਗਈਆਂ 5ਵੇਂ ਨੰਬਰ ਔਰ ਆने वाले टाइम ਵਿੱਚ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਤੀਸਰੇ ਨੰਬਰ ਤੇ ਆ ਜਾਣਗੇ। ਅੱਜ ਹਿੰਦੁਸਤਾਨ ਵਿੱਚ ਨਰਿੰਦਰ ਮੋਦੀ ਜੀ ਦੇ ਆने ਦੇ ਬਾਅਦ ਇੱਕ ਵਿਅਕਤੀ ਵੀ ਭੁੱਖਾ ਨਹੀਂ ਸੌਂਦਾ, ਇੱਕ ਵਿਅਕਤੀ ਭੁੱਖਾ ਨਹੀਂ ਸੌਂਦਾ। ਔਰ कोरोना टाइम ਵੱਡੇ ਵੱਡੇ ਦੇਸ਼ ਬੈਠ ਗਏ। ਆਪ श्रीलंका ਕੋਲ ਹੀ ਹੈ ਨਾ, ਉਹਦੀ ਆਬਾਦੀ ਕੀ ਹੈ, ਦੇਖਿਆ ਕੀ ਹਾਲ ਹੋ ਗਿਆ ਸੀ। ਲੋਕ ਸੜਕਾਂ ਤੇ ਰਾਸ਼ਟਰਪਤੀ ਭਵਨ ਤੇ ਕੀ ਹਾਲ ਕਰ ਦਿੱਤਾ ਉਹਨਾਂ ਨੇ। ਪਾਕਿਸਤਾਨ ਕੀ ਹਾਲ ਹੈ, ਭੁੱਖਮਰੀ ਹੈਗੀ ਹੈ, ਰੇਟ ਪਤਾ ਕਰੋ ਤੇ ਭੁੱਖਮਰੀ ਹੈਗੀ ਹੈ। ਬੰਗਲਾਦੇਸ਼ ਵਿੱਚ ਕੀ ਹੈ, ਭੁੱਖਮਰੀ ਹੈਗੀ ਹੈ। ਇੱਥੇ 150 ਕਰੋੜ ਆਬਾਦੀ ਹੈਗੀ ਹੈ, ਇਹ ਨਰਿੰਦਰ ਮੋਦੀ ਨੇ ਸੰਭਾਲ ਰੱਖੀ ਹੈ। ਔਰ ਆਪ ਪਹਿਲੇ ਤੇ ਪਿੰਡਾਂ 'ਚ ਚਲੇ ਜਾਂਦੇ ਸੀ ਨਾ, ਕੋਈ ਕਹਿੰਦੇ ਸੀ ਉਹਨੂੰ ਰੋਟੀ ਨਹੀਂ ਮਿਲੀ, ਅੱਜ ਸਭ ਰੋਟੀ ਰੱਜ ਕੇ ਖਾ ਰਹੇ ਨੇ। 7 ਸੀਟਾਂ ਹੈਗੀ ਦਿੱਲੀ ਦੀ ਲੋਕ ਸਭਾ MP ਦੀ। ਅਸੀਂ ਪਿਛਲੇ 2 ਸਾਲ ਤੋਂ ਦਿੱਲੀ ਦੀ ਸੰਗਤ ਦੇ ਨਾਲ ਕੰਮ ਕਰ ਰਹੇ ਹਾਂ ਅਤੇ ਜਿਹੜਾ ਸਾਨੂੰ ਉੱਥੋਂ ਦਾ ਫੀਡਬੈਕ ਆਇਆ ਦੇ ਓਪੀਨੀਅਨ ਹੈ ਅਤੇ ਉਹਦੇ ਵਿੱਚ 4 ਸੀਟਾਂ ਦੇ ਇਲਾਵਾ ਬਾਕੀ 3 ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਭਾਰੀ ਹੈ ਅਤੇ ਉਹਦੇ ਵਿੱਚ ਵੀ ਇਸ ਬਾਰ ਪਹਿਲੀ बार ऐसे अनुमान लगाया गया है कि 2 सिख कैंडिडेट ज़रूर उतरेंगे MP की टिकट पे। और ये दिल्ली के अंदर पहली बार होएगा कि जो सिख कैंडिडेट है उनको MP के लिए उतारा जाएगा। उसमें से आम आदमी पार्टी के बीच में तो 2 कैंडिडेट अभी ऑलरेडी शॉर्टलिस्ट हो चुके हैं। आपका इस बारे में क्या कहना? देखो, वो पार्लियामेंट्री बोर्ड होता है, हर पार्टी का होता है। पार्लियामेंट बोर्ड डिसीजन लेता है टिकट किसको देनी है, उसके बारे में तो कोई कार्यकर्ता हमारे जैसा कुछ कह नहीं सकता ना। बड़े लोगों का ये अनुमान है कि आप बीजेपी में आए हैं तो एक पोटेंशियल कैंडिडेट लोकसभा इलेक्शन के लिए MP के लिए आप भी हो सकते हैं, इसी वजह से आप बीजेपी में आए हैं। देखो, पता क्या है, मैं किसी सीट के लालच के लिए आया हूँ, पहली बात तो सुन लो। मैं जब राजनीति शुरू से कर रहा हूँ, सीट लेनी होती तो मैं कांग्रेस बूटा सिंह जी था, हाई कमान थी किसी टाइम, सुशील कुमार शिंदे था, हाई कमान थी, कई बड़े बड़े लीडर थे जिनसे मेरे पर्सनल रिलेशन थे। मैं कब का कैबिनेट मंत्री, मेंबर पार्लियामेंट, लेकिन हमने, मेरे को JP नड्डा जी ने कहा कि आप, मैंने कहा जी मैं किसी चीज़ की लालच में नहीं आया हूँ, यही मैं जिस लीडर से मिलता हूँ मैं कहता हूँ मेरे से काम करवाओ आप। हम सिखों को भारतीय जनता पार्टी के साथ जोड़ने का काम करेंगे, ये हमारा एक मिसाल है, एक संकल्प है, क्योंकि हमारे को नरेंद्र मोदी जी से अच्छा लीडर नहीं मिलेगा सिखों को। और नरेंद्र मोदी जी के जो सिखों के काम किए हैं, हम सिखों पे जाके उसको उजागर करेंगे और सिखों को, पूरे वर्ल्ड के सिखों को मोदी जी के साथ जोड़ेंगे। अब क्योंकि आप बड़े वरिष्ठ नेता रहे हैं और बीजेपी में भी अब आ चुके हैं, तो उसमें जब 1958 में पेप्सो डिसॉल्व हुआ था तो बड़ी जगह पे ये उम्मीद थी कि पंजाब की अपनी खुद की कैपिटल होनी चाहिए, जिसमें सजेशन आए थे कि अमृतसर भी होनी चाहिए। तो आज तक पंजाब की अपनी कैपिटल नहीं बनी, उसके बारे में आपका क्या विचार? उसके बारे में तो मैं यही कहूँगा कि आपस में इनके जो झगड़े होते रहे हैं, अकालियों के और इनके जो झगड़े होते हैं, उसी से पंजाब को नुकसान हुआ है आज तक जो नुकसान हुआ है। राजधानी तो चंडीगढ़ भी मिल रही थी इनको पीछे, लेकिन नहीं, क्योंकि उस टाइम बंदूक का चल रहा था। जो समझौता करने जाता था, चाहे वो जगदेव सिंह तलवंडी हो, कोई भी हो, उसको मार दिया जाता था। जब कुछ मिलने की बारी आती थी तो आपस में लड़ पड़ते थे। तो इसलिए मैं कह रहा हूँ ना कि पंजाब का नौजवान, पहले भी यही कहा है, वो अमृतपाल या किसी की बातों पे नहीं आएगा। अब बड़े सुलझे लोग हो गए अब, क्योंकि उन्होंने नुकसान अपना कौम का देख लिया है। कितने शहीद हुए हैं, कितने लोग वहाँ पर शहीद हुए हैं, कितना नुकसान हुआ है। मिला क्या है आज तक हमको, इतनी शहीदियाँ दे के भी मिला क्या है, ये मैं पूछना चाहता हूँ। मिला इसलिए नहीं कि आपस में झगड़े का कारण इनको नहीं मिला। आपस के जो झगड़े थे इनके, उस करके पंजाब वहीं का वहीं रह गया। पंजाब आज कर्जे से लदा पता हुआ है, और पंजाब कर्जे से मतलब एक एक बच्चे के ऊपर
कहीं कहीं 100 रुपया कर्जा है पंजाब का। तो ये किसकी गलतियाँ हैं? ये इनकी सबकी आपस में लड़ाई की गलतियाँ हैं। इन्होंने जब समझौता किया हुआ था नरेंद्र मोदी जी से, तो इनको कुछ ना कुछ उनसे लेकर जाना चाहिए था ना, लेकिन ये अपने लिए लगे रहे। तो उसमें क्या करोगे? आपस में झगड़ा ही नहीं ख़त्म हुई। कभी डिडसा अलग हो गया, कभी कौन अलग हो गया, अभी कितने लीडर अलग हो गए। तो अकाली दल जो है सिखों का नुमाइंदा था, लेकिन उसने पंजाब की तरफ ध्यान देना चाहिए था। आपसी लड़ाई के कारण आज आप कह रहे हो, जब 1957 की बात कर रहे हो, 1957 के बाद ये कितनी राजधानियां बनी, आप ये भी देखो उन्होंने कैसे बना ली। पंजाब पहले, पंजाब, हरियाणा, हिमाचल, तीनों पंजाब में दिल्ली तक जो बदरपुर का बॉर्डर था, यहाँ तक पंजाब आता था। लेकिन अपनी गलतियाँ, अपनी लड़ाइयाँ करके इन्होंने सब कुछ खो लिया। अब नरेंद्र मोदी जी के ऊपर इनको करना चाहिए और उनसे मिलके से करना चाहिए। और मैं दावे से कहता हूँ कि नरेंद्र मोदी जी सिखों के बारे में बहुत सोच रखते हैं और वो सिखों को आगे लाना चाहते हैं। तो क्या हम उम्मीद कर सकते हैं कि इस बार आपकी सीनियर लीडरशिप में आने की वजह से जो SYL का भी मसला है, जिसको अभी रिसेंटली हरियाणा गवर्नमेंट में और पंजाब गवर्नमेंट के अंदर दोबारा छिड़ गया है, और ਜਿਹੜਾ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਹੈ, ਉਹਦੇ ਦੋਨੋਂ ਮਸਲਿਆਂ ਨੂੰ ਤੁਸੀਂ ਟੇਕਅਪ ਕਰੋਗੇ ਅੱਜ? देखो, मैं तो बंदी रही से भी ऊपर जाना चाहता हूँ। जितने उस गल्लूगारा था, जो उस गल्लूगारे में जितने भी सिख नौजवान आज जेलों में बंद हैं, उनको सबको रिहा कर देना चाहिए, जिससे कि पंजाब में एक बहुत अच्छा मैसेज जाएगा और पंजाब में वो नौजवान तरक्की करेंगे, पंजाब की और तरक्की होगी। और पंजाब की जैसे जैसे तरक्की होगी, वैसे वैसे देश जो है वो और आगे बढ़ेगा। मेरी तो ये सलाह है, लेकिन हम इस पे भी बातचीत करेंगे। SYL पे भी? हाँ, सब पे बात करेंगे, हम पूरी तरह बात। आखिरी क्वेश्चन आपसे है कि दिल्ली सिख गुरुद्वारा मैनेजमेंट कमेटी में आप मेंबर भी हैं, तो दिल्ली के मैक्सिमम जितने भी गुरुद्वारे हैं उसके अंदर ਜਿਹੜੇ ਸੇਵਾਦਾਰ ਹੈਗੇ ਉਹਨਾਂ ਦੀ ਸੈਲਰੀ 8 ਤੋਂ 10 ਹਜ਼ਾਰ ਹੈ ਨਾ। ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਕੁਝ ਕਰ ਸਕਦੇ ਆ, ਤੇ ਬੜੇ ਸਾਰੇ ਸੇਵਾਦਾਰਾਂ ਨਾਲ ਤੇ ਇਹ ਵੀ ਹੈ ਕਿ ਸਾਨੂੰ ਤੇ ਅਗਰ ਕੋਈ ਆਪਸ਼ਨ ਮਿਲੇ ਕਿ ਅਸੀਂ ਗੁਰੂ ਘਰ ਦੀ ਸੇਵਾ ਛੋੜ ਕੇ ਕੋਈ ਹੋਰ ਕੰਮ ਕਰ ਲੈ, ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹਦੇ ਵਿੱਚ ਹਰ ਮੈਂਬਰ ਦਾ ਮੰਥਲੀ ਬਜਟ 50,000 ਰੁਪਏ ਹੈਗਾ ਤੇ 100 ਕਰੋੜ ਦੇ ਉੱਪਰ ਦਾ ਐਨੂਅਲ ਬਜਟ ਹੈ, ਤੇ ਉਹ ਆਪਣੇ ਗੁਰਦੁਆਰੇ ਦੇ ਸੇਵੇਦਾਰਾਂ ਦੇ ਅਗਰ ਫੈਮਲੀਆਂ ਦਾ ਧਿਆਨ ਨਹੀਂ ਰੱਖ ਸਕਦੀ, ਤੇ ਅਗਰ ਗੁਰੂ ਦੇ ਘਰ ਦੇ ਸੇਵਾਦਾਰ ਦੀ ਫੈਮਲੀ ਦਾ ਧਿਆਨ ਨਹੀਂ ਰੱਖेंगे ਤੇ धर्म ते कौम कितना मजबूत होगी? देखो, सबसे पहली बात तो ये है कि जो जो गुरुद्वारे का बजट है साल का, वो 100 करोड़ नहीं है, इस टाइम 150 करोड़ से ऊपर है। और जो मेंबर को 50,000 रुपया हर महीने देते हैं, वो गरीब आदमियों के लिए दिया जाता है। अब वो मैं उसमें नहीं पढ़ता, क्योंकि जो सेवा का करने वाला है, क्योंकि हमारे पास तो जैसे ही बजट आता है उसी टाइम हम बांट देते हैं। जो भी गरीब आदमी आया उसको 10,000, 15 जो ले जा भैया हमारा। अब रही बात कि मैनेजमेंट को अच्छा मैनेजमेंट करना चाहिए, और जो सेवादारों की बात कर रहे हो उनको अच्छे से अच्छी तनख्वाह मिलनी चाहिए, उनको बोनस भी मिलना चाहिए। जैसे स्कूलों में आप लोगों ने ये बोनस दिया है, ये छठा स्केल दिया है, इसी तरह सेवादारों को भी जो कोई वजीर है उनको भी यही छठा स्केल दो, उसी स्काल में लाओ जिस तरह स्कूलों में लाए हो। ये अच्छी बात है, इसकी तो मैं मांग भी करता हूँ दिल्ली सिख गुरुद्वारा प्रबंधक एज ए मेंबर भी, कि आप जिस तरह स्कूलों के क्लर्क हैं, टीचर हैं, उनको लाए हो, उसी में उनको लाकर उनके बराबर तनख्वाह दो, इसकी मैं डिमांड करता हूँ।
आप क्योंकि पुराने हैं, तो जब खालसा एजुकेशन सिस्टम दिल्ली में इस्टेब्लिश हुआ था तो आज से 10 साल पहले ਜਿਹੜੀ ਵੀ ਸਿੱਖ ਤੇ ਪੰਜਾਬੀ ਫੈਮਿਲੀ ਸੀ ਉਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਸੀ ਕਿ ਉਹਨਾਂ ਦੇ ਬੱਚੇ GHPS ਸਕੂਲਾਂ ਵਿੱਚ ਹੈ। ਹੁਣ ਜਿਹੜੇ ਵੀ ਲੋਕ ਅਫੋਰਡ ਕਰ ਸਕਦੇ ਹੈ ਤੇ ਹਾਇਰ ਬਿਜ਼ਨਸ ਫੈਮਿਲੀ ਤੇ ਹੈ, ਮੈਕਸਿਮਮ ਬੱਚਾ ਉਹਨਾਂ ਦੇ ਬੱਚੇ ਜਿਹੜੇ ਹੈ ਉਹ ਪ੍ਰਾਈਵੇਟ ਸਕੂਲ ਜਾਂ ਕ੍ਰਿਸਚਨ ਸਕੂਲ ਵਿੱਚ ਹੈ। ਤੇ ਜਿਹੜਾ ਲੈਵਲ ਆਫ ਐਜੂਕੇਸ਼ਨ ਖਾਲਸਾ ਐਜੂਕੇਸ਼ਨ ਸਿਸਟਮ ਦਾ ਸੀ ਸਕੂਲਾਂ ਦਾ, ਉਹ ਇੰਨਾ ਡਿਟੀਰੀਏਟ ਕਿਉਂ ਹੋ ਰਿਹਾ? ਬੜੇ ਸਾਰੇ ਤੇ ਇੱਦਾਂ ਦੇ ਲੀਡਰ ਹੈਗੇ, ਮੈਂਬਰ ਹੈਗੇ ਜਿਨ੍ਹਾਂ ਦੇ ਖੁਦ ਦੇ ਬੱਚੇ ਪ੍ਰਾਈਵੇਟ ਸਕੂਲ ਤੇ ਕਨਵੈਂਟ ਸਕੂਲ ਵਿੱਚ ਪੜ੍ਹਦੇ ਬਟ GHPS ਵਿੱਚ ਨਹੀਂ ਪੜ੍ਹਦੇ। ਕਿ ਕਿੱਦਾਂ ਐਜੂਕੇਸ਼ਨ ਸਿਸਟਮ ਰਿਵਾਈਵ ਹੋ ਸਕਦਾ ਹੈ, ਉਹਦੇ ਬਾਰੇ ਤੁਹਾਡਾ ਕੀ ਵਿਚਾਰ? देखो, मैनेजमेंट चाहे तो सब कुछ हो सकता है। मैं भी इसमें मैनेजमेंट को अपील करूंगा कि अपने जो स्कूल है उनकी तरफ ध्यान दें, उनके जो चेयरमैन हैं वो उनकी तरफ ध्यान दें और स्कूलों को इतना अच्छा लेकर आए कि हमारे बच्चे जो हैं बाकी बच्चे भी अप्रोच से वहाँ पर स्कूलों में आए, जिससे कि पहले वाला जो सिस्टम था वो दोबारा से हो। लेकिन मैनेजमेंट को करना चाहिए, ये उसका फ़र्ज भी बनता है। मैं भी अपील करता हूँ कि स्कूलों में जाके चक्कर लगाओ, उस मैनेजमेंट को अच्छा करके अच्छे बच्चे स्कूल में आए। ਸੰਗਤ ਦੇ ਲਈ ਤੇ NRI ਕਮਿਊਨਿਟੀ ਦੇ ਲਈ ਤੁਹਾਡਾ ਕੋਈ ਮੈਸੇਜ? मैं तो NRI के जितने भी हमारे पंजाबी और जो देश से विदेश गए हुए हैं लोग, चाहे वो गुजराती हैं, चाहे पंजाबी हैं, चाहे वो सिख हैं, चाहे और जो धर्मों के लोग हैं, सबको एक ही अपील करूँगा कि अपने हिंदुस्तान की तरफ आप ज़रूर देखें। आप अपनी इन्वेस्टमेंट हिंदुस्तान में करें। नरेंद्र मोदी जी मजबूत होंगे, हमारा देश मजबूत होगा, हमारी सरकार मजबूत होगी और आपका कर्तव्य भी बनता है, क्योंकि आप हिंदुस्तानी हैं तो हिंदुस्तान का नाम आगे जाना चाहिए। और हिंदुस्तान की अर्थव्यवस्था, आप अगर हमारे यहाँ इन्वेस्टमेंट करेंगे तो हमारी अर्थव्यवस्था अच्छी होगी। ये मैं सभी NRI भाइयों को अपील करता हूँ, आप हमारे हिंदुस्तान की तरफ ज़रूर ध्यान दें। ਤੇ ਅਸੀਂ ਅੱਜ ਦੇਖਿਆ ਮਾਰਵਾ ਜੀ 40 ਸਾਲ ਦੀ ਰਾਜਨੀਤੀ ਦੇ ਬਾਅਦ ਉਹਨਾਂ ਦੇ ਅਲੱਗ-ਅਲੱਗ ਸਿੱਖਾਂ ਦੇ ਤੇ ਪੰਥ ਦੇ ਤੇ ਸੰਗਤ ਦੇ ਲਈ ਕੀ ਵਿਚਾਰ ਹੈ। ਤੇ ਅਸੀਂ ਸਭ ਤੋਂ ਪਹਿਲੇ ਧੰਨਵਾਦ ਕਰਦੇ ਹਾਂ ਮਾਰਵਾ ਜੀ ਦਾ, ਜਿਨ੍ਹਾਂ ਨੇ ਉਹਨਾਂ ਦਾ ਟਾਈਮ ਦਿੱਤਾ। ਤੇ ਅਗਲੇ ਐਪੀਸੋਡ ਲਈ ਬਣੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।